ਹੈਲੋ ਦੋਸਤੋ, ਪੰਜਾਬ ਨੌਲੇਜ ਹੱਬ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਦੋਸਤੋ, ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਨੂੰ ਸਬਸਕ੍ਰਾਈਬ ਕਰੋ ਤੇ ਨਵੀਆਂ ਸਟੱਡੀ ਰਿਲੇਟਡ ਵੀਡੀਓਜ਼ ਦੀ ਅਪਡੇਟਸ ਵਾਸਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਦੋਸਤੋ, ਅੱਜ ਅਸੀਂ ਕਰਾਂਗੇ ਕੌਨਸਟੀਟਿਊਸ਼ਨ, ਜੋ ਕਿ ਸਾਡੀ ਪ੍ਰੀਵੀਅਸ ਸੀਰੀਜ਼ ਚੱਲ ਰਹੀ ਹੈ। ਉਸੇ ਸੀਰੀਜ਼ 'ਚ ਅੱਜ ਅਸੀਂ ਅਗਲਾ ਪਾਰਟ ਕਰਾਂਗੇ ਉਸਦਾ, ਜਿਸ 'ਚ ਅਸੀਂ ਕਰਾਂਗੇ ਪੰਚਾਇਤੀ ਰਾਜ। ਪੰਚਾਇਤੀ ਰਾਜ ਜਿਸ 'ਚ ਅਸੀਂ ਕਰਾਂਗੇ ਅੱਜ ਟੌਪਿਕ ਪੰਚਾਇਤੀ ਰਾਜ। ਸਭ ਤੋਂ ਪਹਿਲਾ ਪੁਆਇੰਟ ਜੀ ਦੇਖੋ ਪੰਚਾਇਤੀ ਰਾਜ ਬਾਰੇ। ਦੀ ਬਲਵੰਤ ਰਾਏ ਮਹਿਤਾ ਕਮੇਟੀ in January 1957 recommended that decision making should be decentralized and the elected local body should be established। ठीक है जी। ਬਲਵੰਤ ਰਾਏ ਮਹਿਤਾ ਕਮੇਟੀ ਸੀ ਜਿਹੜੀ ਜੀ, ਉਸਨੇ ਜਨਵਰੀ 1957 ਵਿੱਚ ਸਿਫਾਰਿਸ਼ ਕੀਤੀ ਸੀ ਕਿ ਫੈਸਲੇ ਲੈਣ ਦਾ ਵਿਕੇਂਦਰੀਕਰਨ ਕੀਤਾ ਜਾਵੇ ਅਤੇ ਚੁਣੀਆਂ ਹੋਈਆਂ ਸਥਾਨਕ ਸੰਸਥਾਵਾਂ ਸਥਾਪਿਤ ਕੀਤੀਆਂ ਜਾਣ। ਇਸ ਚੋਂ ਕਿਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਬਣੇਗਾ ਜੀ? ਇਸ ਚੋਂ ਕੁਐਸਚਨ ਬਣੇਗਾ ਵਿਚ ਕਮੇਟੀ ਰਿਕਮੈਂਡਡ। ਠੀਕ ਹੈ ਜੀ। ਪੰਚਾਇਤੀ ਰਾਜ ਤਾਂ ਕਿਹੜੀ ਕਮੇਟੀ ਨੇ ਰਿਕਮੈਂਡ ਕੀਤਾ ਸੀ ਜੀ? ਬਲਵੰਤ ਰਾਏ ਮਹਿਤਾ ਕਮੇਟੀ ਨੇ ਰਿਕਮੈਂਡ ਕੀਤਾ ਸੀ ਜਨਵਰੀ 1957 ਵਿੱਚ। ਕੀ ਰਿਕਮੈਂਡ ਕੀਤਾ ਸੀ ਉਹਨਾਂ ਨੇ? ਵੀ ਫੈਸਲੇ ਲੈਣ ਦੀ ਜਿਹੜੀ ਕਿ ਪਾਵਰ ਹੈ ਸਾਡੀ, ਉਸਦਾ ਵਿਕੇਂਦਰੀਕਰਨ ਕੀਤਾ ਜਾਵੇ, ਚੁਣੀਆਂ ਹੋਈਆਂ ਸਥਾਨਕ ਸੰਸਥਾਵਾਂ ਸਥਾਪਿਤ ਕੀਤੀਆਂ ਜਾਣ, ਜਿਸ ਨੂੰ ਅਸੀਂ ਪੰਚਾਇਤਾਂ ਕਹਿੰਦੇ ਆ। ठीक है जी। दूजा पॉइंट, बाय 73rd अमेंडमेंट 1992 पंचायती राज बिल वाज इंट्रोड्यूस। 73ਵੀਂ ਸੋਧ 1992 ਵਿੱਚ ਜਿਹੜੀ ਹੋਈ, ਉਸ ਵਿੱਚ ਪੰਚਾਇਤੀ ਰਾਜ ਬਿੱਲ ਪੇਸ਼ ਕੀਤਾ ਗਿਆ ਸੀ। ਠੀਕ ਹੈ ਜੀ। ਬਾय, ਇਸ ਚੋਂ ਕੁਐਸਚਨ ਕਿਵੇਂ ਬਣ ਸਕਦਾ ਹੈ? ਬਾय ਵਿਚ ਅਮੈਂਡਮੈਂਟ ਪੰਚਾਇਤੀ ਰਾਜ ਬਿੱਲ ਵਾਜ ਇੰਟਰੋਡਿਊਸ। ਤਾਂ ਉਹ ਕਿਹੜੀ ਅਮੈਂਡਮੈਂਟ ਹੈ ਜੀ ਜਿਹਦੇ ਥਰੂ ਪੰਚਾਇਤੀ ਰਾਜ ਬਿੱਲ ਇੰਟਰੋਡਿਊਸ ਕੀਤਾ ਗਿਆ? ਤਾਂ ਉਹ ਹੈ ਜੀ 73ਵੀਂ ਅਮੈਂਡਮੈਂਟ 1992 ਦੀ। 73ਵੀਂ ਅਮੈਂਡਮੈਂਟ 1992 ਦੀ। ਠੀਕ ਹੈ ਜੀ। ਅਗਲਾ ਤੀਸਰਾ ਪੁਆਇੰਟ ਹੈ ਜੀ, ਦੀ ਕੌਨਸਟੀਟਿਊਸ਼ਨ ਪ੍ਰੋਵਾਈਡ ਫॉर 3 ਟਾਇਰ ਸਿਸਟਮ ਆਫ ਪੰਚਾਇਤ ਐਟ ਵਿਲੇਜ, ਇੰਟਰਮੀਡੀਏਟ ਐਂਡ ਡਿਸਟ੍ਰਿਕਟ ਲੈਵਲ। ਹੁਣ ਤੁਹਾਨੂੰ ਪੁੱਛ ਸਕਦੇ ਹਾਂ ਜੀ ਕੌਨਸਟੀਟਿਊਸ਼ਨ ਕੀ ਮਤਲਬ ਕਿ ਕੌਨਸਟੀਟਿਊਸ਼ਨ ਹੈ ਜੋ ਸਾਡਾ ਇੰਡੀਅਨ ਕੌਨਸਟੀਟਿਊਸ਼ਨ, ਉਹ ਕਿੰਨੇ ਟਾਇਰ ਦੇ ਸਿਸਟਮ ਦੱਸਦਾ ਪੰਚਾਇਤ ਰਾਜ ਵਾਸਤੇ? ਸੰਵਿਧਾਨ ਨੇ ਪਿੰਡ ਅਤੇ ਜ਼ਿਲ੍ਹਾ ਪੱਧਰ ਤੇ ਪੰਚਾਇਤਾਂ ਦੇ 3 ਪੱਧਰੀ ਪ੍ਰਣਾਲੀ ਦੀ ਵਿਵਸਥਾ ਕੀਤੀ ਹੈ। ਠੀਕ ਹੈ ਜੀ। 3 ਟਾਇਰ ਸਿਸਟਮ ਹੈ ਸਾਡਾ ਜਿਹੜਾ ਪੰਚਾਇਤੀ ਰਾਜ ਸਿਸਟਮ। ਠੀਕ ਹੈ ਜੀ। ਅੱਗੇ ਇਸ ਚੋਂ ਇੱਕ ਮੇਨ ਇੰਪੋਰਟੈਂਟ ਕੁਐਸਚਨ ਪੁੱਛ ਲਿਆ ਜਾਂਦਾ ਹੈ ਜੀ, ਜਿਹੜਾ ਕਿ ਪੁਆਇੰਟ ਤੁਸੀਂ ਪੜਨ ਲੱਗੇ ਹੋਣ। LM ਸਿੰਘਵੀ ਕਮੇਟੀ ਰਿਕਮੈਂਡਡ ਕਨਸਟੀਟਿਊਸ਼ਨਲ ਸਟੇਟਸ ਫॉर ਲੋਕਲ ਬੋਡੀ। ਜਿਹੜੀਆਂ ਸਾਡੀਆਂ ਲੋਕਲ ਬੋਡੀਜ਼ ਨੇ ਉਹਨਾਂ ਵਾਸਤੇ ਕਨਸਟੀਟਿਊਸ਼ਨਲ ਸਟੇਟਸ, ਠੀਕ ਹੈ ਜੀ, ਕਨਸਟੀਟਿਊਸ਼ਨ ਸੰਵਿਧਾਨਕ ਰੁਤਬੇ ਦੀ ਸਿਫਾਰਿਸ਼ ਕਿਸ ਨੇ ਕੀਤੀ ਸੀ? ਸੰਵਿਧਾਨਕ ਰੁਤਬੇ ਦੀ ਸਿਫਾਰਿਸ਼ ਕੀਤੀ ਸੀ ਜੀ ਜਿਹੜੀਆਂ ਸਾਡੀਆਂ LM ਸਿੰਘਵੀ ਕਮੇਟੀ ਨੇ। ਸਥਾਨਕ ਸੰਸਥਾਵਾਂ ਨੇ ਜਿਹੜੀਆਂ ਸਾਡੀਆਂ, ਕੁਐਸਚਨ ਆ ਸਕਦਾ ਜੀ ਸਾਡੀਆਂ ਸਥਾਨਕ ਸੰਸਥਾਵਾਂ ਲਈ ਸੰਵਿਧਾਨਕ ਰੁਤਬੇ ਦੀ ਸਿਫਾਰਿਸ਼ ਕਿਸ ਨੇ ਕੀਤੀ ਸੀ? ਤਾਂ ਉਹ ਕੀਤੀ ਸੀ ਜੀ LM ਸਿੰਘਵੀ ਕਮੇਟੀ ਨੇ। ਪੰਜਵਾਂ ਪੁਆਇੰਟ, ਪੰਚਾਇਤੀ ਰਾਜ ਸਿਸਟਮ ਵਾਜ ਫਸਟ ਅਡੋਪਟਡ ਬਾय ਰਾਜਸਥਾਨ ਨਾਗੌਰ डिस्ट्रिक्ट इन 2 अक्टूबर 1959। ठीक है जी। ਪੰਜਵਾਂ ਕੁਐਸਚਨ ਇਸ ਚੋਂ ਕੀ ਬਣ ਸਕਦਾ ਹੈ? ਜਿਹੜੀ ਪੰਚਾਇਤੀ ਰਾਜ ਪ੍ਰਣਾਲੀ ਸੀ ਉਹ ਸਭ ਤੋਂ ਪਹਿਲਾਂ ਕਿਸ ਨੇ ਅਡਾਪਟ ਕੀਤੀ ਸੀ? ਤਾਂ ਪੰਚਾਇਤੀ ਰਾਜ ਪ੍ਰਣਾਲੀ ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਨੇ ਸਭ ਤੋਂ ਪਹਿਲਾਂ 2 ਅਕਤੂਬਰ 1959 ਵਿੱਚ ਅਪਣਾਇਆ ਸੀ। ਕਦੋਂ ਅਪਣਾਇਆ ਸੀ ਜੀ? 2 ਅਕਤੂਬਰ 1959 ਵਿੱਚ। ਇਹ ਵੀ ਇੱਕ ਤਰ੍ਹਾਂ ਦਾ ਕੁਐਸਚਨ ਬਣ ਸਕਦਾ ਹੈ। ਪੰਚਾਇਤੀ ਰਾਜ ਪ੍ਰਣਾਲੀ ਨੂੰ ਸਭ ਤੋਂ ਪਹਿਲਾਂ ਕਿਸ ਰਾਜ ਨੇ ਅਪਣਾਇਆ ਸੀ? ਤਾਂ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਨੇ 2 ਅਕਤੂਬਰ 1959 ਵਿੱਚ ਇਸ ਨੂੰ ਅਪਣਾਇਆ ਸੀ। ਠੀਕ ਹੈ ਜੀ। 2 ਅਕਤੂਬਰ 1959 ਵਿੱਚ ਉਹਨਾਂ ਨੇ ਇਸ ਨੂੰ ਅਪਣਾਇਆ ਸੀ। ਅਗਲਾ ਕੁਐਸਚਨ ਦੇਖੋ ਜੀ, 3 ਟਾਇਰ ਸਿਸਟਮ ਜਿਹੜੇ ਦੀ ਅਸੀਂ ਗੱਲ ਕਰਦੇ ਹਾਂ, ਕਨਸਟੀਟਿਊਸ਼ਨ ਨੇ ਸਾਡਾ 3 ਟਾਇਰ ਸਿਸਟਮ ਪ੍ਰੋਵਾਈਡ ਕੀਤਾ। ਉਹ 3 ਟਾਇਰ ਸਿਸਟਮ ਹੈ ਕੀ ਜੀ? 3 ਟਾਇਰ ਸਿਸਟਮ 'ਚ ਸਾਡੇ ਸਭ ਤੋਂ ਪਹਿਲਾਂ ਆਉਂਦੀ ਹੈ ਜੀ
ਵਿਲੇਜ ਪੰਚਾਇਤ। ਜਿਵੇਂ ਕਿ ਸਾਡੇ ਪਿੰਡਾਂ ਦੀ ਪੰਚਾਇਤ ਹੁੰਦੀ ਹੈ ਜਿਹੜੀ, ਉਸ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਵਿਲੇਜ ਪੰਚਾਇਤ। ਦੂਜਾ ਹੈ ਜੀ ਬਲਾਕ ਐਂਡ ਪੰਚਾਇਤ ਸਮਿਤੀ, ਬਲਾਕ ਅਤੇ ਪੰਚਾਇਤ ਸਮਿਤੀ। ਜਿਵੇਂ ਕਿ ਸਾਡੇ ਜੀ ਹਰ ਜ਼ਿਲ੍ਹੇ ਵਿੱਚ ਬਲਾਕ ਨੇ, ਠੀਕ ਹੈ ਜੀ, ਬਲਾਕ ਨੇ। ਐਗਜ਼ਾਮਪਲ ਫॉर ਜਿਵੇਂ ਮੋਹਾਲੀ ਹੈ, ਮੋਹਾਲੀ ਡੇਰਾਬੱਸੀ ਬਲਾਕ ਪੈਂਦਾ ਕਈਆਂ ਨੂੰ, ਠੀਕ ਹੈ ਜੀ। ਤੀਜਾ ਹੈ ਜੀ ਸਾਡਾ ਜ਼ਿਲ੍ਹਾ ਪ੍ਰੀਸ਼ਦ, ਜੋ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਕੰਮ ਕਰਦਾ ਹੈ, ਜ਼ਿਲ੍ਹਾ ਪ੍ਰੀਸ਼ਦ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਵਿਲੇਜ ਪੰਚਾਇਤ। ਵਿਲੇਜ ਪੰਚਾਇਤ ਬਾਰੇ ਡਿਟੇਲ ਚ ਇਸ ਚ ਗੱਲ ਕਰਦੇ ਹਾਂ ਅਸੀਂ। ਵਿਲੇਜ ਪੰਚਾਇਤ ਹੁੰਦੀ ਕੀ ਹੈ? ਸਭ ਤੋਂ ਪਹਿਲਾ ਪੁਆਇੰਟ, ਇਟ ਕੰਸਿਸਟ ਆਫ ਇਲੈਕਟਿਵ ਰਿਪਰੈਜ਼ੈਂਟੇਟਿਵ ਆਫ ਪੀਪਲ। ਇਟਸ ਮੈਂਬਰਸ਼ਿਪ ਵੈਰੀਜ਼ ਫਰੋਮ 5 to 31। देयर इज अ रिजर्वेशन फॉर SC ST एंड वुमेन। ठीक है जी, ये करन दी जरूरत नहीं, पर सानू पता होना चाहिए जी की हुंदा है पंचायत विच। सबनू ही पता है नॉर्मली जो पिंडां च रहिंदे ने, इस च पिंड तो ही चुने हुए नुमाइंदियां दी शमूलीयत हुंदी है। इस दी मैंबरशिप 5 तो 31 तक हो सकती है, 5 तो 31 मैंबर हो सकते हैं। अनुसूचित जातियां अते औरतां लई इस विच राखवाकरण हुंदा है, सीटां दा राखवाकरण हुंदा है जी अनुसूचित जातियां अते औरतां वास्ते। दूजा जी चेयरमैन दैट इज सरपंच is elected in a manner as the state legislature may provide directly or indirectly। चेयरमैन अर्थात जिसनों असीं सरपंच कहंदे हां जी। सरपंच दी तो जिहड़ी चोण है वो इस ढंग नाल कीती जांदी है जो राज विधान सभा सीधे या सीधे रूप विच मुहैया करा सकती है। मतलब कि राज दी विधान सभा जिस तरह डायरैक्शनां दिंदियां ने उस तरह की हुंदा है जी सरपंच दी चोण हुंदी है। तीजा पॉइंट, विलेज पंचायत हैज टू आंसर ग्राम सभा फॉर ऑल इट्स एक्शन। इस चों क्वेश्चन पूछ लिया जाता है जी विलेज पंचायत किस नूं रिस्पोंसिबल हुंदी है। ठीक है जी, इस चों क्वेश्चन की बनता है विलेज पंचायत किस नूं आंसरेबल हुंदी है किसी भी काम वास्ते अपने। तां ग्राम पंचायत नूं अपनियां सारियां कार्रवाइयां लई ग्राम सभा नूं जवाब देना हुंदा है। ठीक है जी, किस नूं जवाब देना हुंदा है? ग्राम सभा नूं। ये याद रखना है जी। अगे गल करते हैं जी ब्लॉक एंड पंचायत समिति। ब्लॉक एंड पंचायत समिति दी ब्लॉक कंसिस्ट ऑफ 20 to 60 विलेजेस। सब तो पहला ये गल सानू पता होनी चाहिए, एक ब्लॉक विच 20 तो लैके 60 तक पिंड हो सकते हैं। इट इज गवर्नड बाय इलैक्टेड मैंबर ऑफ विलेज पंचायत विच इज कॉल्ड पंचायत समिति। ब्लॉक विच 20 तो 60 पिंड हुंदे हन। यह पिंड की पंचायत के चुने हुए मैंबरों द्वारा चलाया जाता है जिसनों पंचायत समिति कहा जाता है। प्रधान इज द हेड और चेयरमैन ऑफ पंचायत समिति। प्रधान की हुंदा है जी पंचायत समिति का मुखी या चेयरमैन हुंदा है प्रधान। ठीक है जी, आगे गल करते हैं जी जिला परिषद जी। जिला परिषद बारे असीं गल करते हैं जी। जिला परिषद, जिला परिषद की हुंदा है member of जिला परिषद are elected from the district by direct election on the basis of adult franchise for a term of 5 years। सब तो पहला जो क्वेश्चन पूछ लिया जाता है जिला परिषद के मैंबर किन्ने सालों वास्ते चुने जाते हैं? 5 सालों वास्ते चुने जाते हैं। जिला परिषद के मैंबरों को 5 साल की मियाद के लिए अडल्ट फ्रेंचाइज के आधार पर सीधी चोण द्वारा जिले विचों ही चुनिया जाता है। दूजा जी चेयरमैन ऑफ जिला परिषद इज इलैक्टेड फ्रॉम अमंगस्ट इस मैंबर। जिला परिषद का जो चेयरमैन हुंदा है वो इस दे ही मैंबरों विचों चुनिया जाता है। जिहड़े जिला परिषद के मैंबर हुंदे ने उन्हां विचों ही चुनिया जाता है। ठीक है जी, आगे गल करते हैं असीं म्युनिसिपैलिटीज जिसनों असीं नगर पालिकावां भी कहते हैं। म्युनिसिपैलिटीज जिसनों कि असीं नगर पालिकावां भी कहते हैं, जो कि आर्टिकल नंबर 243P to 243ZG ਦੇ ਵਿਚਕਾਰ ਆਉਂਦੀਆਂ ਨੇ। सब तो पहला पॉइंट देखो जी, द कॉन्स्टिट्यूशन ऑफ इंडिया प्रोवाइड द प्रोविजन ऑफ लोकल सेल्फ गवर्नमेंट यूनिट इन अर्बन एरिया। इसका मतलब की है भारत का संविधान शहरी क्षेत्रों में स्थानक स्वै सरकारी इकाई का प्रबंध करता है। स्थानक स्वै स्थाई इकाई की होंदी है जिहड़ी कि शहरों की देख रेख करने वास्ते बनाई जांदियां। दूजा जी म्युनिसिपैलिटी आर इंट्रोड्यूस बाय 74th अमेंडमेंट
एक्ट 1992। ਇਹ ਤੁਸੀਂ ਯਾਦ ਰੱਖਣਾ ਹੈ, ਐਗਜ਼ਾਮ 'ਚ ਕੁਐਸਚਨ ਪੁੱਛ ਲਿਆ ਜਾਂਦਾ ਹੈ। ਜੋ ਮੁਨਿਸਪੈਲਿਟੀਆਂ ਨੇ, ਨਗਰ ਪਾਲਿਕਾਵਾਂ ਨੇ, ਉਹ ਸੰਵਿਧਾਨ ਵਿੱਚ ਕਿਸ ਸੋਧ ਦੁਆਰਾ ਐਡ ਕੀਤੀਆਂ ਗਈਆਂ ਸੀ ਜਾਂ ਸ਼ਾਮਿਲ ਕੀਤੀਆਂ ਗਈਆਂ ਸੀ? ਤਾਂ ਕੀਤੀਆਂ ਗਈਆਂ ਸੀ ਜੀ 74ਵੀਂ ਸੋਧ 1992 ਦੇ ਰਾਹੀਂ ਨਗਰ ਪਾਲਿਕਾਵਾਂ ਨੂੰ ਕੀ ਕੀਤਾ ਗਿਆ ਸੀ? ਕਨਸਟੀਟਿਊਸ਼ਨ 'ਚ ਇਨਸਰਟ ਕੀਤਾ ਗਿਆ ਸੀ। तीजा क्वेश्चन 1/3 सीट्स आर रिजर्व फॉर वुमेन। ਇਹ ਵੀ ਯਾਦ ਰੱਖਣਾ ਹੈ ਜੀ ਤੁਸੀਂ, ਨਗਰ ਪਾਲਿਕਾਵਾਂ ਵਿੱਚ 1/3 ਹਿੱਸਾ ਔਰਤਾਂ ਲਈ ਰਾਖਵਾਂ ਹੁੰਦਾ ਹੈ। ਠੀਕ ਹੈ ਜੀ, 1/3 ਹਿੱਸਾ। ਅੱਗੇ ਗੱਲ ਕਰਦੇ ਹਾਂ ਜੀ, ਦੀ ਕਨਸਟੀਟਿਊਸ਼ਨ ਪ੍ਰੋਵਾਈਡ 3 ਟਾਈਪ ਆਫ ਮਿਊਨਿਸਪੈਲਿਟੀਜ਼। ਹੁਣ ਜਿਵੇਂ 3 ਟਾਇਰ ਪੰਚਾਇਤ ਸਿਸਟਮ ਸੀ ਸਾਡੇ ਕੋਲ, 3 ਟਾਇਰ ਪੰਚਾਇਤ ਸਿਸਟਮ ਪਿੰਡਾਂ ਵਾਸਤੇ ਸੀ। ਹੁਣ ਸੰਵਿਧਾਨ 3 ਕਿਸਮਾਂ ਦੀਆਂ ਹੀ ਨਗਰ ਪਾਲਿਕਾਵਾਂ ਪ੍ਰਦਾਨ ਕਰਦਾ ਹੈ। ਠੀਕ ਹੈ ਜੀ, 3 ਕਿਸਮ ਦੀਆਂ ਨਗਰ ਪਾਲਿਕਾਵਾਂ ਜੋ ਕਿ ਸ਼ਹਿਰਾਂ ਦੀ ਦੇਖ ਰੇਖ ਵਾਸਤੇ ਬਣਦੀਆਂ ਨੇ। ਸਭ ਤੋਂ ਪਹਿਲੀ ਹੈ ਜੀ ਨਗਰ ਪੰਚਾਇਤ, ਦੂਜੀ ਹੈ ਜੀ ਮੁਨਿਸਪਲ ਕਾਉਂਸਿਲ ਤੇ ਤੀਜੀ ਹੈ ਜੀ ਮੁਨਿਸਪਲ ਕਾਰਪੋਰੇਸ਼ਨ। 3 ਤਰ੍ਹਾਂ ਦੀਆਂ ਨਗਰ ਪਾਲਿਕਾਵਾਂ ਨੇ, ਨਗਰ ਪੰਚਾਇਤ, ਮੁਨਿਸਪਲ ਕਾਉਂਸਿਲ ਤੇ ਮੁਨਿਸਪਲ ਕਾਰਪੋਰੇਸ਼ਨ। ਸਭ ਤੋਂ ਪਹਿਲਾਂ ਨਗਰ ਪੰਚਾਇਤ। It is for smaller area in transition from rural to urban। ਨਗਰ ਪੰਚਾਇਤ ਹੁੰਦੀ ਹੈ ਜੀ ਇੱਕ ਪਿੰਡ ਤੋਂ ਸ਼ਹਿਰ ਵਿੱਚ ਤਬਦੀਲ ਹੁੰਦੇ ਛੋਟੇ ਖੇਤਰ ਲਈ। ਠੀਕ ਹੈ ਜੀ, ਜਿਵੇਂ ਕਿ ਇੱਕ ਛੋਟਾ ਜਿਹਾ ਏਰੀਆ ਜੋ ਕਿ ਪਹਿਲਾਂ ਪਿੰਡ ਸੀ ਹੁਣ ਸ਼ਹਿਰ ਵਿੱਚ ਤਬਦੀਲ ਹੋ ਰਿਹਾ ਹੈ, ਉਸ ਵਾਸਤੇ ਕੀ ਹੁੰਦੀ ਹੈ? ਨਗਰ ਪੰਚਾਇਤ। ਠੀਕ ਹੈ ਜੀ। ਮੁਨਿਸਪਲ ਕਾਉਂਸਿਲ, ਇਟ ਇਜ਼ ਫॉर ਸਮਾਲਰ ਅਰਬਨ ਏਰੀਆ, ਜਿਸ ਨੂੰ ਅਸੀਂ ਨਗਰ ਕੌਂਸਲ ਕਹਿੰਦੇ ਆ। ਨਗਰ ਕੌਂਸਲ ਹੁੰਦੀ ਹੈ ਜੀ ਛੋਟੇ ਸ਼ਹਿਰੀ ਖੇਤਰਾਂ ਲਈ, ਜਿਵੇਂ ਛੋਟੇ ਸ਼ਹਿਰ ਨੇ ਆਪਣੇ। ਠੀਕ ਹੈ ਜੀ, ਉਹਨਾਂ ਵਿੱਚ ਹੁੰਦੀ ਹੈ ਮੁਨਿਸਪਲ ਕਾਉਂਸਿਲ। ਅੱਗੇ ਆ ਜਾਂਦੀ ਹੈ ਜੀ ਮੁਨਿਸਪਲ ਕਾਰਪੋਰੇਸ਼ਨ। ਮੁਨਿਸਪਲ ਕਾਰਪੋਰੇਸ਼ਨ ਇਟ ਇਜ਼ ਫॉर ਲਾਰਜ ਅਰਬਨ ਏਰੀਆ, ਇਟ ਇਜ਼ ਬਿਗੇਸਟ ਅਰਬਨ ਲੋਕਲ ਗਵਰਨਮੈਂਟ। ਨਗਰ ਨਿਗਮ ਵੱਡੇ ਸ਼ਹਿਰੀ ਖੇਤਰਾਂ ਲਈ ਹੁੰਦੀ ਹੈ, ਇਹ ਸਭ ਤੋਂ ਵੱਡੀ ਸ਼ਹਿਰੀ ਸਥਾਨਕ ਸਰਕਾਰ ਹੁੰਦੀ ਹੈ। ਠੀਕ ਹੈ ਜੀ, ਇਹ ਨਗਰ ਨਿਗਮ ਤੁਹਾਨੂੰ ਪਤਾ ਹੀ ਹੈ ਜੀ, ਨਗਰ ਨਿਗਮ ਵੱਡੇ ਸ਼ਹਿਰਾਂ ਵਾਸਤੇ ਹੁੰਦੀ ਹੈ। ਠੀਕ ਹੈ ਜੀ। ਅੱਗੇ ਆ ਜਾਂਦਾ ਹੈ ਜੀ ਆਪਣਾ ਆਫੀਸ਼ੀਅਲ ਲੈਂਗੁਏजेस, ਸਰਕਾਰੀ ਜਾਂ ਅਧਿਕਾਰਕ ਭਾਸ਼ਾ ਜਿਸ ਨੂੰ ਅਸੀਂ ਕਹਿੰਦੇ ਹਾਂ। ਠੀਕ ਹੈ ਜੀ। ਆਰਟੀਕਲ ਨੰਬਰ 343 to 351 ਦੇ ਵਿਚਕਾਰ ਸਾਡੀਆਂ ਆਫੀਸ਼ੀਅਲ ਲੈਂਗੁਏजेस ਨੇ ਜਿਹੜੀਆਂ ਉਹ ਆਉਂਦੀਆਂ ਨੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਪਾਰਟ 17 ਆਫ ਦੀ ਕਨਸਟੀਟਿਊਸ਼ਨ ਡੀਲਸ ਵਿਦ ਦੀ ਆਫੀਸ਼ੀਅਲ ਲੈਂਗੁਏਜ। ਠੀਕ ਹੈ ਜੀ, ਜੇਕਰ ਤੁਹਾਨੂੰ ਕੋਈ ਪੁੱਛ ਲਵੇ ਸੰਵਿਧਾਨ ਦਾ ਕਿਹੜਾ ਭਾਗ ਸਾਡੀ ਅਧਿਕਾਰਿਕ ਭਾਸ਼ਾ ਨਾਲ ਡੀਲ ਕਰਦਾ ਹੈ, ਤਾਂ ਸੰਵਿਧਾਨ ਦਾ ਉਹ ਕਿਹੜਾ ਭਾਗ ਹੈ ਜੀ? ਪਾਰਟ 17ਵਾਂ, ਮਤਲਬ ਕਿ ਭਾਗ 17ਵਾਂ ਅਧਿਕਾਰਿਕ ਭਾਸ਼ਾ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਦੂਜਾ, ਹਿੰਦੀ ਰਿਟਨ ਇਨ ਦੇਵਨਾਗਰੀ ਸਕ੍ਰਿਪਟ ਇਜ਼ ਦੀ ਆਫੀਸ਼ੀਅਲ ਲੈਂਗੁਏਜ ਆਫ ਦੀ ਯੂਨੀਅਨ। ਠੀਕ ਹੈ ਜੀ, ਦੇਵਨਾਗਰੀ ਸਕ੍ਰਿਪਟ ਵਿੱਚ ਲਿਖੀ ਹਿੰਦੀ ਦੇਸ਼ ਦੀ ਅਧਿਕਾਰਕ ਭਾਸ਼ਾ ਹੈ। ਜੇਕਰ ਤੁਹਾਨੂੰ ਕੋਈ ਦੇਸ਼ ਦੀ ਅਧਿਕਾਰਕ ਭਾਸ਼ਾ ਪੁੱਛ ਲਵੇ ਤਾਂ ਦੇਵਨਾਗਰੀ ਸਕ੍ਰਿਪਟ ਵਿੱਚ ਲਿਖੀ ਗਈ ਹਿੰਦੀ। ਠੀਕ ਹੈ ਜੀ। ਤੀਜਾ, normally there were 14 languages in 8th schedule but 8 were added during the amendment, now 24 languages are there। ठीक है जी। नॉर्मली कितनियां लैंग्वेजेस जी? 14 ਭਾਸ਼ਾਵਾਂ ਸਨ। ਠੀਕ ਹੈ ਜੀ। 8ਵੀਂ ਸੂਚੀ ਵਿੱਚ ਆਮ ਤੌਰ ਤੇ 8ਵੀਂ ਸੂਚੀ ਵਿੱਚ ਕਿੰਨੀਆਂ ਭਾਸ਼ਾਵਾਂ ਸਨ? 14, ਪਰ 8 ਸ਼ੋਧ ਦੌਰਾਨ ਸ਼ਾਮਿਲ ਕੀਤੀਆਂ ਗਈਆਂ ਅਤੇ ਹੁਣ ਕਿੰਨੀਆਂ ਨੇ ਜੀ? ਹੁਣ 24 ਨੇ। ਪਹਿਲਾਂ ਕਿੰਨੀਆਂ ਸੀ? 14, 8 ਸ਼ੋਧ ਦੁਆਰਾ ਸ਼ਾਮਿਲ ਕੀਤੀਆਂ ਗਈਆਂ, ਹੁਣ ਕਿੰਨੀਆਂ ਹੋ ਗਈਆਂ ਜੀ? 24। ਚੌਥਾ ਜੀ, बोडो, डोगरी, मैथाली, संथाली वर एडिड बाय 92nd अमेंडमेंट 2003। ठीक है जी। एक क्वेश्चन पूछ लिया जाता है बहुत बार, बोडो, डोगरी, मैथाली ते संथाली केड़ी अमेंडमेंट विच केड़ी शोध राही शामिल कीतियां गईयां सन? तां ओह कीतियां गईयां सी जी 92वीं अमेंडमेंट जो कि 2003 विच होई सी। हुण कुछ फ्रीकुएंटली आस्कड क्वेश्चन जो कि अक्सर पूछ लए जाते हैं। ठीक है जी, जो कि अक्सर पेपरां च पूछ लए जाते हैं। सब तो पहला क्वेश्चन जो असी टॉपिक करके आए हैं उसे ते क्वेश्चन है जी। ठीक है जी। सब तो पहला क्वेश्चन, विच कमेटी रिकमेंडेड फॉर पंचायती राज सिस्टम इन इंडिया। ठीक है जी। भारत विच पंचायती राज प्रणाली लई किहड़ी कमेटी ने सिफारिश की सी?
पंचायती राज प्रणाली ਲਈ किस कमेटी ने? बलवंत राय मेहता कमेटी ने। कदों की सी जी? ਉਹ ਤੁਸੀਂ ਜਿਹੜਾ ਅਸੀਂ डिटेल च ਕੀਤਾ ਉਸ ਚ देख सकते हो। ठीक है जी। दूजा क्वेश्चन, हाउ मैनी टायर्स आर देयर इन पंचायती राज सिस्टम? ठीक है जी। पंचायती राज प्रणाली विच किन्ने पद्धर हैं? तो पंचायती राज प्रणाली विच साडे 3 पद्धर हैं जो कि असी डिटेल च कर चुके हैं। 3 पद्धर केड़े ने? ठीक है जी। केड़े केड़े ने जी? विलेज पंचायत हो गई, पंचायत समिति होगी ते जिला परिषद हो गया। ठीक है जी। तीजा क्वेश्चन, विच आर्टिकल इज रिलेटेड टू पंचायती राज? केड़ा आर्टिकल, केड़ा अनुच्छेद पंचायती राज नाल संबंधित है? तो वह है जी आर्टिकल 243, अनुच्छेद 243। अनुच्छेद 243 की है जी पंचायती राज नाल संबंधित है। ठीक है जी। अगला क्वेश्चन करते हैं। चौथा क्वेश्चन है जी, विच शेड्यूल वाज एडिड टू कॉन्स्टिट्यूशन बाय 73rd अमेंडमेंट? ठीक है जी। संविधान विच 73वीं संवैधानिक सोध द्वारा किस शेड्यूल ਨੂੰ शामिल किया गया सी? बहुत बार ये क्वेश्चन पूछा जाता है जी। संविधान विच 73वीं सोध द्वारा किस शेड्यूल ਨੂੰ शामिल किया गया सी? ਤਾਂ ਉਹ ਕੀਤਾ ਸੀ ਜੀ 11वें शेड्यूल ਨੂੰ। ठीक है जी। 11वें शेड्यूल ਨੂੰ। अगे 5वां ते आखिरी क्वेश्चन आता, हाउ मैनी पोस्ट आर रिजर्व फॉर वुमेन एट ऑल लेवल इन पंचायती राज सिस्टम? कहते जी पंचायती राज प्रणाली विच हर पद्धर ते औरतां लई किन्नियां असामियां राखवियां ने? 1/3 हिस्सा असामियां जेहड़ियां ने ओह राखवियां ने। दोस्तों जेकर तुहानू अज दी वीडियो पसंद आई तो वीडियो नू वध तों वध शेयर करो, लाइक करो, कमेंट करके दसो वीडियो किहो जी बनी है। ते साडे चैनल पंजाब नॉलेज हब नू सबसक्राइब करना ना भूलो। दोस्तों फ्री करंट अफेयर्स, डेली जीके क्विज अते पंजाब पुलिस, पंजाब पटवारी, दिल्ली पुलिस दे फ्री मॉक टेस्ट वास्ते तुसी साडे टैलीग्राम ग्रुप नू ज्वाइन कर सकते हो। टैलीग्राम ग्रुप विच हर हफ्ते फ्री मॉक टेस्ट लिया जाता है जो कि बिल्कुल फ्री ऑफ कॉस्ट है। उसका कोई भी पैसा चैनल द्वारा नहीं लिता जाता। तुसी साडे टैलीग्राम ग्रुप नू ज्वाइन कर सकते हो। टैलीग्राम ग्रुप नू ज्वाइन करन दा लिंक है जो वो डिस्क्रिप्शन च दे दिता जाऊगा। तुसी उत्थों जाके उसनू अपना ग्रुप विच शामिल हो सकते हो। ते कॉन्स्टिट्यूशन दे प्रीवियस लैक्चर देखने लई भी तुसी साडे चैनल नू सबसक्राइब कर सकते हो। थैंक यू।